हाँ जी दोस्तों, वेलकम। स्वागत है ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਰਾਹੀਂ ITI ਪਾਸ ਉਮੀਦਵਾਰਾਂ ਦੇ ਲਈ ਨਵੀਆਂ ਅਸਾਮੀਆਂ ਨੋਟੀਫਾਈ ਕੀਤੀਆਂ ਗਈਆਂ, ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ITI ਪਾਸ ਉਮੀਦਵਾਰਾਂ ਦੇ ਲਈ ਕੁਝ ਅਸਾਮੀਆਂ ਜਿਹੜੀਆਂ ਕੁਝ ਪੋਸਟਾਂ ਉਹ ਨੋਟੀਫਾਈ ਕੀਤੀਆਂ ਗਈਆਂ। ਇਹ ਵੀਡੀਓ ਤੁਹਾਨੂੰ ਪੂਰੀ ਵੇਖਣੀ ਸੁਣਨੀ ਕਿਉਂ ਲਾਜ਼ਮੀ ਹੈ, ਕਿਉਂ ਜ਼ਰੂਰੀ ਹੈ, ਤੁਹਾਡੇ ਲਈ ਕਿਉਂ ਮਹੱਤਵਪੂਰਨ ਹੈ, ਕਿਉਂਕਿ ਇਹਨਾਂ ਪੋਸਟਾਂ ਬਾਰੇ ਅਸਾਮੀਆਂ ਦਾ ਨਾਮ ਕੀ ਹੈ, ਕਿਹੜੀਆਂ ਪੋਸਟਾਂ ਨੇ, ਇਹਨਾਂ ਦੀ ਗਿਣਤੀ ਕੀ ਹੈ, ਨਿਯੁਕਤੀ ਸਥਾਨ ਤੁਹਾਡੀ ਨਿਯੁਕਤੀ ਕਿੱਥੇ ਕੀਤੀ ਜਾਵੇਗੀ, ਪੇ ਸਕੇਲ ਕਿੰਨਾ ਹੋਏਗਾ ਪੋਸਟਾਂ ਦਾ, ਯੋਗਤਾ ਇਹਦੇ 'ਚ ਵਿਦਿਅਕ ਯੋਗਤਾ ਤੁਹਾਡੀ ਕੀ ਚਾਹੀਦੀ ਹੈ, ਕੋਈ ਤਜਰਬਾ ਮੰਗਿਆ ਹੈ ਜਾਂ ਨਹੀਂ ਮੰਗਿਆ, ਉਮਰ ਹੱਦ ਕਿੰਨੀ ਚਾਹੀਦੀ ਹੈ, ਨੌਕਰੀ ਦੇ ਵਿੱਚ ਜ਼ਿੰਮੇਵਾਰੀ ਕੀ ਹੋਏਗੀ ਅਤੇ ਚੋਣ ਵਿਧੀ ਕੀ ਹੋਏਗੀ, ਕਿਸ ਤਰ੍ਹਾਂ ਸਿਲੈਕਸ਼ਨ ਕੀਤੀ ਜਾਣੀ ਹੈ। ਜ਼ਰੂਰੀ ਮਹੱਤਵਪੂਰਨ ਨੋਟ ਹੈ। ਅਪਲਾਈ ਕਰਨ ਬਾਰੇ ਦੱਸਿਆ ਜਾਏਗਾ। ਫਾਰਮ ਕਿੱਥੇ ਭੇਜਣਾ ਹੈ, ਇਸ ਫਾਰਮ ਨੂੰ ਭਰਨ ਦੀ ਆਖਰੀ ਮਿਤੀ ਕਿੰਨੀ ਹੈ, ਔਰ ਫੀਸ ਕਿੰਨੀ ਲਈ ਜਾਵੇਗੀ, ਕਿੰਨੀ ਫੀਸ ਭਰਨੀ ਹੈ ਫਾਰਮ ਦੇ ਲਈ, ਔਰ ਫੀਸ ਕਿਹੜੇ ਢੰਗ ਨਾਲ ਭਰੀ ਜਾਵੇਗੀ। ਅਤੇ ਸਭ ਤੋਂ ਲਾਸਟ 'ਤੇ ਤੁਹਾਨੂੰ ਇੱਕ ਜ਼ਰੂਰੀ ਸਲਾਹ ਜਿਹੜੀ ਕੈਂਡੀਡੇਟਸ ਦੇ ਲਈ ਉਹ ਮਿਲੇਗੀ। ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਬਿਨਾਂ ਸਕਿਪ ਕੀਤਿਆਂ ਤੁਸੀਂ ਇਹ ਵੀਡੀਓ ਪੂਰੀ ਦੇਖੋ। ਹੋ ਸਕਦਾ ਤੁਹਾਡਾ ਇੰਟਰਸਟ ਨਾ ਹੋਵੇ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ, ਬਟ ਤੁਹਾਡਾ ਕੋਈ ਫਰੈਂਡ ਸਰਕਲ ਦੇ ਵਿੱਚੋਂ ਦੋਸਤ, ਤੁਹਾਡਾ ਕੋਈ ਰਿਲੇਟਿਵ ਹੋ ਸਕਦਾ, ਕੋਈ ਪੋਸਟ ਸਰਚ ਕਰ ਰਿਹਾ ਹੋਵੇ, ਨੌਕਰੀ ਦੀ ਭਾਲ ਦੇ ਵਿੱਚ ਹੋਵੇ, ਤਾਂ ਉਹਦੀ ਹੈਲਪ ਜ਼ਰੂਰ ਕਰ ਸਕਦੇ ਹੋ ਤੁਸੀਂ ਵੀਡੀਓ ਸੁਣਨ ਤੋਂ ਬਾਅਦ। ਸਟੇ ਕਨੈਕਟਡ, ਸਟੇ ਅਪਡੇਟਡ, ਇਸ ਚੈਨਲ ਦੇ ਨਾਲ ਜੁੜੇ ਰਹੋ ਔਰ ਅਪਡੇਟ ਰਹੋ। ਤੁਹਾਨੂੰ ਦੱਸਦੀ ਹੈ ਕਿ ਯੂਨੀਵਰਸਿਟੀ ਹੈ ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ, ਜਿਸ ਨੂੰ ਸ਼ਾਰਟ ਦੇ ਵਿੱਚ ਗੜਵਾਸੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਹ 2005 ਦੇ ਵਿੱਚ ਜਿਹੜੀ ਸਥਾਪਿਤ ਕੀਤੀ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ, ਔਰ ਅਗਸਤ 9 2005 ਨੂੰ ਜਿਹੜੀ ਹੈ ਨੋਟੀਫਾਈ ਹੋਣ ਤੋਂ ਬਾਅਦ ਅਪ੍ਰੈਲ 21 2006 ਨੂੰ ਇਹਨਾਂ ਨੇ ਜਿਹੜਾ ਫੰਕਸ਼ਨਿੰਗ ਹੈ ਯੂਨੀਵਰਸਿਟੀ ਦੀ ਸ਼ੁਰੂ ਕੀਤੀ ਸੀ। ਸੋ ਲਾਈਵ ਸਟਾਕ ਪ੍ਰੋਡਕਸ਼ਨ, ਹੈਲਥ ਐਂਡ ਪ੍ਰੀਵੈਂਸ਼ਨ ਆਫ ਦਾ ਡਿਜ਼ੀਜ਼ਜ਼ ਥਰੂ ਇੰਟੀਗ੍ਰੇਟਡ ਟੀਚਿੰਗ, ਰਿਸਰਚ ਐਂਡ ਐਕਸਟੈਂਸ਼ਨ ਪ੍ਰੋਗਰਾਮਸ, ਇਹਦਾ ਜਿਹੜਾ ਹੈਗਾ ਮੇਨ ਰੋਲ ਹੈ ਯੂਨੀਵਰਸਿਟੀ ਦਾ। ਸੋ ਪਸ਼ੂ ਧਨ ਦੀ ਜਿਹੜੀ ਪੈਦਾਵਾਰ, ਉਹਦੀ ਸਿਹਤ ਜਾਂ ਟੀਚਿੰਗ ਜਿਹੜੇ ਕੋਰਸ ਹੈ, ਵੈਟਰਨਰੀ ਦੇ ਕੋਰਸ ਹੈ, ਉਹਨਾਂ ਦੇ ਬਾਰੇ ਜਿਹੜੀ ਯੂਨੀਵਰਸਿਟੀ ਹੈ ਆਪਣਾ ਕੰਮ ਕਰ ਰਹੀ ਹੈ। ਸੋ ਅਸਾਮੀਆਂ ਦਾ ਨਾਮ ਤੁਹਾਨੂੰ ਦੱਸੀਏ ਅਤੇ ਗਿਣਤੀ ਦੱਸੀਏ। ਅਸਾਮੀ ਦਾ ਨਾਮ ਹੈ ਇਲੈਕਟ੍ਰੀਸ਼ਨ। ITI ਪਾਸ ਉਮੀਦਵਾਰਾਂ ਦੇ ਲਈ ਇਲੈਕਟ੍ਰੀਸ਼ਨ ਦੀਆਂ ਪੋਸਟਾਂ ਜਿਹੜੀਆਂ ਯੂਨੀਵਰਸਿਟੀ ਦੇ ਵੱਲੋਂ ਨੋਟੀਫਾਈ ਕੀਤੀਆਂ ਗਈਆਂ। ਅਸਾਮੀਆਂ ਦੀ ਕੁੱਲ ਗਿਣਤੀ ਹੈ ਜਿਹੜੀ 2 ਅਸਾਮੀਆਂ ਨੇ। ਕੁੱਲ 2 ਅਸਾਮੀਆਂ ਦੇ ਲਈ ਭਰਤੀ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਇਲੈਕਟ੍ਰੀਸ਼ਨਸ ਦੀ। ਸੋ ਨਿਯੁਕਤੀ ਦਾ ਸਥਾਨ ਹੈ ਜਿਹੜਾ ਵਿਗਿਆਪਨ ਨੰਬਰ 1 2023 ਦਾ ਹੈ। ਇਹਦੇ ਅਕੋਰਡਿੰਗਲੀ ਇਹ ਜਿਹੜੇ ਇਲੈਕਟ੍ਰੀਸ਼ੀਅਨਸ ਦੀ ਭਰਤੀ ਹੈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੇ ਲਈ ਕੀਤੀ ਜਾ ਰਹੀ ਹੈ। ਸੋ ਤੁਹਾਡੀ ਨਿਯੁਕਤੀ ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਹੋਣੀ ਹੈ। ਇਹਦਾ ਪੇ ਸਕੇਲ ਹੈ ਜਿਹੜਾ ਉਹ ਕਿੰਨਾ ਹੋਏਗਾ, ਐਜ਼ ਪਰ 7th ਸੈਂਟਰਲ ਪੇ ਕਮਿਸ਼ਨ। ਜਿਹੜਾ ਵੀ 7th ਸੈਂਟਰਲ ਪੇ ਕਮਿਸ਼ਨ ਹੈ, ਕੇਂਦਰੀ ਸਰਕਾਰ ਵੱਲੋਂ 7ਵਾਂ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਗਿਆ, ਉਹਦੇ ਮੁਤਾਬਕ ਤੁਹਾਡੀ ਜਿਹੜੀ ਸੈਲਰੀ ਹੈ, ਤਨਖਾਹ ਬਣਨੀ ਹੈ। ਯੋਗਤਾ ਦੀ ਗੱਲ ਕਰੀਏ ਤਾਂ ਇਲੈਕਟ੍ਰੀਸ਼ੀਅਨ ਦੇ ਲਈ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ITI ਪਾਸ ਹੋਣਾ ਚਾਹੀਦਾ ਉਮੀਦਵਾਰ। ITI in electrical trade from a recognized institute with 1 year experience in HT and LT lines maintenance, knowledge of VCB, vacuum circuit breaker, ACBs, air circuit breakers and protection devices, general maintenance, generator set running and maintenance, internal wiring etc. ਤੁਹਾਡੇ ਕੋਲ ITI ਇਲੈਕਟ੍ਰੀਕਲ ਟ੍ਰੇਡ ਦੇ ਵਿੱਚ ਹੋਵੇ ਔਰ ਇਸ ਕੰਮਾਂ ਦੇ ਵਿੱਚ, ਇਹਨਾਂ ਕੰਮਾਂ ਦੇ ਵਿੱਚ ਤੁਹਾਡੇ ਕੋਲ HT ਅਤੇ LT ਲਾਈਨਸ ਦੀ ਮੇਨਟੇਨੈਂਸ ਦਾ ਜਿਹੜਾ 1 ਸਾਲ ਦਾ ਐਕਸਪੀਰੀਅੰਸ ਹੋਵੇ ਮੰਗਿਆ ਗਿਆ। ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ VCB, ਵੈਕਿਊਮ ਸਰਕਟ ਬ੍ਰੇਕਰਸ, ACBs, ਏਅਰ ਸਰਕਟ ਬ੍ਰੇਕਰਸ ਅਤੇ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਪਾਵਰ ਸਿਸਟਮ ਦੇ ਪ੍ਰੋਟੈਕਸ਼ਨ ਡਿਵਾਈਸਿਸ ਹੈ। ਜਨਰਲ ਮੇਨਟੇਨੈਂਸ ਦੀ ਸਮਝ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ। ਜਨਰੇਟਰ ਸੈੱਟ ਰਨਿੰਗ ਅਤੇ ਮੇਨਟੇਨੈਂਸ ਦੀ ਜਿਹੜੀ ਨੌਲੇਜ ਆ ਉਹ ਹੋਣੀ ਚਾਹੀਦੀ ਹੈ। ਇੰਟਰਨਲ ਵਾਇਰਿੰਗ ਨੌਲੇਜ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਾਂ ਇਹਦੇ 'ਚ ਲਿਖਿਆ ਹੈ ਔਰ ਮੈਟ੍ਰਿਕ ਵਿਦ 1 year ਸਰਟੀਫਿਕੇਟ ਕੋਰਸ ਇਨ ਇਲੈਕਟ੍ਰੀਕਲ ਹਾਊਸ ਵਾਇਰਿੰਗ ਐਂਡ ਮੋਟਰ ਵਾਈਂਡਿੰਗ ਫਰੋਮ ਰਿਕੋਗਨਾਈਜ਼ਡ ਇੰਸਟੀਚਿਊਟ ਵਿਦ 2 year ਐਕਸਪੀਰੀਅੰਸ ਇਨ HT LT ਲਾਈਨਸ ਮੇਨਟੇਨੈਂਸ। ਤੁਹਾਡੇ ਕੋਲ ਮੈਟ੍ਰਿਕ ਹੋਵੇ ਔਰ 1 ਸਾਲ ਦਾ ਜਿਹੜਾ ਕੋਰਸ ਹੈ ਇਲੈਕਟ੍ਰੀਕਲ ਹਾਊਸ ਵਾਇਰਿੰਗ ਦਾ ਐਂਡ ਮੋਟਰ ਵਾਈਂਡਿੰਗ ਦਾ, ਉਹ ਤੁਹਾਡੇ ਕੋਲ ਹੋਵੇ 1 ਸਾਲ ਦਾ ਕੋਰਸ, ਅਤੇ 2 ਸਾਲ ਦਾ ਜਿਹੜਾ ਤਜਰਬਾ ਤੁਹਾਡੇ ਕੋਲ HT ਅਤੇ LT ਲਾਈਨਸ ਦੀ ਮੇਨਟੇਨੈਂਸ ਦਾ ਹੋਵੇ। ਔਰ ਇਹਦੇ ਨਾਲ ਹੀ ਜਿਹੜੀ ਬਾਕੀ ਨੌਲੇਜ ਆ ਤੁਹਾਨੂੰ VCB, ACBs ਐਂਡ ਪ੍ਰੋਟੈਕਸ਼ਨ ਡਿਵਾਈਸਿਸ, ਜਨਰਲ ਮੇਨਟੇਨੈਂਸ ਜਾਂ ਜਨਰੇਟਰ ਸੈੱਟ ਰਨਿੰਗ ਮੇਨਟੇਨੈਂਸ, ਇੰਟਰਨਲ ਵਾਇਰਿੰਗ, ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਅਤੇ ਨਾਲ ਇੱਥੇ ਮੰਗ ਕੀਤੀ ਗਈ ਹੈ ਪੰਜਾਬੀ ਵਿਸ਼ੇ ਦੀ। ਮੈਟ੍ਰਿਕ ਲੈਵਲ 'ਤੇ ਤੁਹਾਡਾ ਪੰਜਾਬੀ ਵਿਸ਼ਾ ਜਿਹੜਾ ਉਹ ਪਾਸ ਹੋਣਾ ਚਾਹੀਦਾ ਹੈ। ਨੋਟ ਇੱਥੇ ਲਿਖਿਆ ਹੈ ਨਾਲ, ਪਰਸਨ ਵਿਦ ਹਾਇਰ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਵਿਲ ਬੀ ਪ੍ਰੈਫਰਡ। ਜਿਹੜੇ ਕੈਂਡੀਡੇਟਸ ਦੀ ਕੋਈ ਕੁਆਲੀਫਿਕੇਸ਼ਨ ਹੈ, ਜਿਹੜੀ ਵਿਦਿਅਕ ਯੋਗਤਾ ਹੈ ਵੱਧ ਹੋਵੇਗੀ ਜਾਂ ਵੱਧ ਤਜਰਬਾ ਹੋਵੇਗਾ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਇਹਨਾਂ ਪੋਸਟਾਂ ਦੇ ਲਈ। ਐਕਸਪੀਰੀਅੰਸ ਆਫ ਵਰਕਿੰਗ ਇਨ ਗਵਰਨਮੈਂਟ, ਸੈਮੀ ਗਵਰਨਮੈਂਟ, ਸਟੇਟ ਯੂਨੀਵਰਸਿਟੀਜ਼ ਔਨ HT ਲਾਈਨਸ ਵਿਲ ਬੀ ਕੰਸੀਡਰਡ। ਐਕਸਪੀਰੀਅੰਸ ਜਿਹੜਾ ਹੈ ਸਰਕਾਰੀ, ਅਰਧ ਸਰਕਾਰੀ, ਸਟੇਟ ਯੂਨੀਵਰਸਿਟੀਆਂ ਜਿਹੜੀਆਂ ਰਾਜ ਦੀਆਂ ਯੂਨੀਵਰਸਿਟੀਆਂ ਨੇ
HT ਲਾਈਨਸ ਦੇ ਵਿੱਚ ਕੰਮ ਕਰਨ ਦਾ ਜਿਹੜਾ ਐਕਸਪੀਰੀਅੰਸ ਆ ਉਹ ਕੰਸੀਡਰ ਕੀਤਾ ਜਾਏਗਾ। ਇਹ ਨੋਟ ਕਰ ਲੈਣ ਉਮੀਦਵਾਰ। ਔਰ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਉਮਰ ਹੱਦ ਬਾਰੇ ਜਿਹੜਾ ਤੁਹਾਡਾ ਜੋਬਸ ਦਾ ਇਹਨਾਂ ਦਾ ਨੋਟੀਫਿਕੇਸ਼ਨ ਹੈ, ਇਹਨਾਂ ਦੀ ਐਡਵਰਟਾਈਜ਼ਮੈਂਟ ਹੈ, ਉਹਦੇ ਵਿੱਚ ਪਹਿਲਾ ਪੁਆਇੰਟ ਲਿਖਿਆ ਹੈ ਦ ਮਿਨੀਮਮ ਏਜ ਆਫ ਐਂਟਰੀ ਫॉर ਜਨਰਲ ਕੈਟਾਗਰੀਜ਼ 18 ਈਅਰਸ ਐਂਡ ਮੈਕਸਿਮਮ ਏਜ ਇਜ਼ 37 ਈਅਰਸ। 18 ਸਾਲ ਘੱਟੋ ਘੱਟ, ਵੱਧ ਤੋਂ ਵੱਧ 37 ਸਾਲ ਉਮਰ ਹੋਣੀ ਚਾਹੀਦੀ ਹੈ। 1/1/2023 ਨੂੰ ਤੁਸੀਂ ਕੈਲਕੂਲੇਟ ਕਰਨੀ ਹੈ ਉਮਰ ਆਪਣੀ। ਦ ਮੈਕਸਿਮਮ ਏਜ ਆਫ ਐਂਟਰੀ ਫॉर ਕੈਂਡੀਡੇਟਸ ਹੂ ਹੈਵ ਆਲਰੇਡੀ ਬੀਨ ਇੰਪਲਾਇਡ including contractual workers in government semi government recognized institutions is 45 years। ਜਿਹੜੇ ਪਹਿਲਾਂ ਤੋਂ ਸਰਵਿਸ ਦੇ ਵਿੱਚ ਨੇ ਗਵਰਨਮੈਂਟ ਸੈਮੀ ਗਵਰਨਮੈਂਟ ਜਾਂ ਰਿਕੋਗਨਾਈਜ਼ਡ ਇੰਸਟੀਟਿਊਸ਼ਨਸ ਦੇ ਵਿੱਚ, ਉੱਥੋਂ ਉਹ ਪ੍ਰੋਪਰ ਚੈਨਲ ਅਪਲਾਈ ਕਰਨਾ ਚਾਹੁੰਦੇ ਉਹਨਾਂ ਲਈ 45 ਸਾਲ ਜਿਹੜੀ ਉਮਰ ਹੈ ਵੱਧ ਤੋਂ ਵੱਧ ਹੱਦ ਹੈ। ਔਰ ਜਨਰਲ ਕੈਟਾਗਰੀ ਦੇ ਜਿਹੜੇ ਓਪਨ ਕੈਟਾਗਰੀ 'ਚੋਂ ਅਪਲਾਈ ਕਰਨਾ ਚਾਹੁੰਦੇ ਉਮੀਦਵਾਰ, ਉਹ 18 ਤੋਂ 37 ਸਾਲ ਦੀ ਏਜ ਹੋਣੀ ਚਾਹੀਦੀ ਹੈ। ਦੂਸਰਾ ਪੁਆਇੰਟ ਏਜ ਦੇ ਬਾਬਤ ਲਿਖਿਆ ਦ ਮੈਕਸਿਮਮ ਏਜ ਆਫ ਐਂਟਰੀ ਫॉर ਸੱਚ ਕੈਂਡੀਡੇਟਸ ਅੰਡਰ ਵੇਰੀਅਸ ਰਿਜ਼ਰਵਡ ਕੈਟਾਗਰੀਜ਼ ਹੂ ਹੈਵ ਆਲਰੇਡੀ ਬੀਨ ਇੰਪਲਾਇਡ, ਜਿਹੜੇ ਪਹਿਲਾਂ ਤੋਂ ਇੰਪਲਾਇਡ ਨੇ ਔਰ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਲਈ ਜਿਹੜੀ ਵਿਲ ਵੀ ਕੈਲਕੂਲੇਟਡ ਓਵਰ ਐਂਡ ਅਬਵ ਦ ਮੈਕਸਿਮਮ ਏਜ ਆਫ 45 ਈਅਰਸ। 45 ਈਅਰਸ ਹੋਏਗੀ ਉਹਨਾਂ ਦੇ ਲਈ। ਦ ਰਿਲੈਕਸੇਸ਼ਨ ਇਨ ਏਜ ਆਫ ਐਂਟਰੀ ਫॉर ਸ਼ਡਿਊਲਡ ਕਾਸਟ ਐਂਡ ਬੈਕਵਰਡ ਕਲਾਸ ਇਜ਼ 5 ਈਅਰਸ ਓਵਰ ਐਂਡ ਅਬਵ ਦ ਮੈਕਸਿਮਮ ਏਜ ਲਿਮਿਟ ਐਜ਼ ਔਨ 1/1/23। ਸੋ 1/1/23 ਨੂੰ ਜਿਹੜੀ ਏਜ ਮੰਗੀ ਗਈ ਹੈ ਮੈਕਸਿਮਮ 37 ਸਾਲ। ਉਸ ਤੋਂ ਬਾਅਦ ਜਿਹੜੇ SC ਜਾਂ BC ਵਰਗ ਦੇ ਵਿੱਚ ਕੈਟਾਗਰੀ ਦੇ ਵਿੱਚ ਉਮੀਦਵਾਰ ਨੇ, ਉਹਨਾਂ ਨੂੰ 5 ਸਾਲ ਦੀ ਜਿਹੜੀ ਹੋਰ ਛੋਟ ਹੈ ਉਹ ਦਿੱਤੀ ਜਾਏਗੀ। ਦ ਰਿਲੈਕਸੇਸ਼ਨ ਇਨ ਏਜ ਫॉर ਐਂਟਰੀ ਆਫ ਡਿਸੇਬਲਡ ਰੈਜ਼ੀਡੈਂਸ਼ੀਅਲ ਆਫ ਪੰਜਾਬ ਦੇ ਵਸਨੀਕ ਹੋਣ ਔਰ ਡਿਸੇਬਲਡ ਹੋਣ, ਹੈਂਡੀਕੈਪਟ ਜਿਹਨੂੰ ਆਪਾਂ ਬੋਲਦੇ ਹਾਂ, ਉਹਨਾਂ ਦੇ ਲਈ 10 ਸਾਲ ਦੀ ਜਿਹੜੀ ਏਜ ਰਿਲੈਕਸੇਸ਼ਨ ਆ ਉਹ ਦਿੱਤੀ ਗਈ ਹੈ। 1/1/23 ਨੂੰ ਏਜ ਕੈਲਕੂਲੇਟ ਕਰਨੀ ਹੈ ਸਾਰੇ ਕੈਟਾਗਰੀਜ਼ ਦੇ ਵਿੱਚ। ਸੋ ਇਹ ਨੋਟ ਕਰ ਲੈਣਾ, ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਅਗਲੀ ਗੱਲ ਆਪਾਂ ਕਰਦੇ ਹਾਂ ਜ਼ਿੰਮੇਵਾਰੀ ਦੀ। ਤੁਹਾਡੀ ਨੌਕਰੀ ਲੱਗਣ 'ਤੇ ਜੋਬ ਰਿਸਪੌਂਸਿਬਿਲਿਟੀ ਤੁਹਾਡੀ ਕੀ ਹੋਏਗੀ, ਕੀ ਕੰਮਕਾਰ ਹੈ ਜਿਹੜਾ ਤੁਸੀਂ ਦੇਖਣੇ ਆ। ਸਭ ਤੋਂ ਪਹਿਲਾਂ ਲਿਖਿਆ ਬ੍ਰੇਕਡਾਊਨ ਮੇਨਟੇਨੈਂਸ ਐਂਡ ਪ੍ਰੀਵੈਂਟਿਵ ਮੇਨਟੇਨੈਂਸ ਆਫ ਓਵਰਹੈਡ ਐਂਡ ਅੰਡਰਗਰਾਊਂਡ HT ਐਂਡ LT ਲਾਈਨਸ ਦੇ ਕੋਈ ਪ੍ਰੋਬਲਮ ਆਉਂਦੀ ਹੈ, ਬ੍ਰੇਕਡਾਊਨ ਹੋ ਗਈ ਲਾਈਨ HT LT ਲਾਈਨ, ਉਹਨਾਂ ਦੀ ਮੇਨਟੇਨੈਂਸ ਕਰਨੀ ਹੈ। ਪ੍ਰੀਵੈਂਟਿਵ ਮੇਨਟੇਨੈਂਸ ਤੁਸੀਂ ਕਰਨੀ ਹੈ ਰੂਟੀਨ ਦੀ, ਅਤੇ ਅੰਡਰਗਰਾਊਂਡ HT ਅਤੇ LT ਲਾਈਨਸ ਦੀ। ਦੂਸਰਾ ਪੁਆਇੰਟ ਹੈ ਆਪਰੇਸ਼ਨ ਐਂਡ ਮੇਨਟੇਨੈਂਸ ਆਫ HT ਸਵਿਚ ਗੇਅਰ ਐਂਡ ਸਬਸਟੇਸ਼ਨ। ਆਪਰੇਸ਼ਨ ਅਤੇ ਮੇਨਟੇਨੈਂਸ ਦਾ ਕੰਮ ਤੁਸੀਂ ਕਰਨਾ ਹੈ HT ਸਵਿਚ ਗੇਅਰ ਐਂਡ ਸਬਸਟੇਸ਼ਨ ਦਾ। ਜਨਰਲ ਇਲੈਕਟ੍ਰੀਕਲ ਮੇਨਟੇਨੈਂਸ ਦਾ ਕੰਮ ਤੁਹਾਡੀ ਰਿਸਪੌਂਸਿਬਿਲਿਟੀ ਹੋਏਗੀ। ਇੰਟਰਨਲ ਵਾਇਰਿੰਗ ਹੋਏਗੀ ਯੂਨੀਵਰਸਿਟੀ ਦੀਆਂ ਬਿਲਡਿੰਗਸ ਦੇ ਵਿੱਚ ਜਾਂ ਸੰਸਥਾ ਦੇ ਐਸਟੈਬਲਿਸ਼ਮੈਂਟ ਦੇ ਵਿੱਚ। ਮੇਨਟੇਨੈਂਸ ਆਫ ਇਲੈਕਟ੍ਰੀਕਲ ਯੂਟੀਲਿਟੀਜ਼, ਰਿਸਰਚ ਇਕਵਿਪਮੈਂਟਸ, ਮਸ਼ੀਨਸ ਐਂਡ ਇਕਵਿਪਮੈਂਟਸ, ਇਹਨਾਂ ਦੀ ਮੇਨਟੇਨੈਂਸ ਰੱਖਣੀ ਹੈ। ਰਨਿੰਗ ਐਂਡ ਮੇਨਟੇਨੈਂਸ ਆਫ ਜਨਰੇਟਰ ਸੈਟਸ, ਜਨਰੇਟਰ ਸੈੱਟ ਚਾਲੂ ਰੱਖਣਾ, ਰਨਿੰਗ ਕਰਨਾ ਔਰ ਉਹਦੀ ਮੇਨਟੇਨੈਂਸ। ਲਿਜ਼ਨਿੰਗ ਵਿਦ PSPCL ਅਥਾਰਟੀਜ਼ ਫॉर ਸ਼ਟਡਾਊਨ ਪਰਮਿਟ ਕੋਈ ਲੈਣਾ ਹੈ ਤਾਂ ਉਹਦੇ ਲਈ PSPCL ਅਥਾਰਟੀਜ਼ ਦੇ ਨਾਲ ਲਿਜ਼ਨਿੰਗ ਕਰਨੀ। ਇਲੈਕਟ੍ਰਿਸਿਟੀ ਵਿਲਸ ਐਂਡ ਅਦਰ ਹੌਟਲਾਈਨ ਇਸ਼ੂਜ਼, ਜੇ PSPCL ਦੇ ਨਾਲ ਸੰਬੰਧਿਤ ਜਿਹੜੇ ਇਸ਼ੂ ਹੈ ਉਹਨਾਂ ਦੇ ਲਈ ਲਿਜ਼ਨਿੰਗ ਕਰਨੀ। ਮੇਨਟੇਨੈਂਸ ਆਫ ਰਿਕਾਰਡਸ ਆਫ ਇਨਵੈਂਟਰੀ ਐਂਡ ਮਟੀਰੀਅਲਸ ਯੂਜ਼ਡ, ਜਿਹੜਾ ਵੀ ਮਟੀਰੀਅਲ ਯੂਜ਼ ਹੋਇਆ ਜਾਂ ਖਰਚ ਹੋਇਆ ਕਿਤੇ ਉਹਦੀ ਮੇਨਟੇਨੈਂਸ ਕਰਨੀ ਰਿਕਾਰਡਸ ਦੀ। ਹੈਲਪ ਇਨ ਪ੍ਰੀਪੇਅਰਿੰਗ ਐਸਟੀਮੇਟਸ ਫॉर ਵੇਰੀਅਸ ਇਲੈਕਟ੍ਰੀਕਲ ਵਰਕਸ, ਵੱਖ ਦੇ ਜਿਹੜੇ ਇਲੈਕਟ੍ਰੀਕਲ ਦੇ ਕੰਮ ਨੇ ਉਹਨਾਂ ਦੀ ਐਸਟੀਮੇਟ ਲਾਉਣ ਦੇ ਵਿੱਚ ਹੈਲਪ ਕਰਨੀ। ਐਨੀ ਅਦਰ ਡਿਊਟੀ ਅਸਾਈਨਡ ਫਰੋਮ ਟਾਈਮ ਟੂ ਟਾਈਮ, ਜਾਂ ਤੁਹਾਡੇ ਅਥਾਰਟੀ ਦੁਆਰਾ ਸਮੇਂ-ਸਮੇਂ 'ਤੇ ਜਿਹੜੀ ਤੁਹਾਨੂੰ ਕੋਈ ਹੋਰ ਡਿਊਟੀ ਦਿੱਤੀ ਜਾਂਦੀ ਹੈ, ਤੁਹਾਡੇ ਜੋਬ ਰਿਸਪੌਂਸਿਬਿਲਿਟੀ ਹੋਏਗੀ, ਨੌਕਰੀ ਦੇ ਦੌਰਾਨ ਜ਼ਿੰਮੇਵਾਰੀ ਤੁਹਾਡੀ ਹੋਏਗੀ ਇਹਨਾਂ ਕੰਮਾਂ ਦੀ। ਸੋ ਅਗਲੀ ਗੱਲ ਆਪਾਂ ਕਰਦੇ ਹਾਂ ਚੋਣ ਵਿਧੀ ਦੀ, ਕਿਸ ਤਰ੍ਹਾਂ ਸਿਲੈਕਸ਼ਨ ਹੈ ਜਿਹੜੀ ਕੈਂਡੀਡੇਟਸ ਦੀ ਕੀਤੀ ਜਾਏਗੀ। ਇਹਦੇ 'ਚ ਐਡਵਰਟਾਈਜ਼ਮੈਂਟ ਦੇ ਵਿੱਚ 5 ਨੰਬਰ ਜਿਹੜੇ ਪੁਆਇੰਟ ਦਿੱਤੇ ਆ ਵੱਖਰੇ ਇੰਪੋਰਟੈਂਟ ਪੁਆਇੰਟਸ ਦੇ ਵਿੱਚ 5 ਨੰਬਰ 'ਤੇ ਲਿਖਿਆ ਹੈ ਕਿ ਦ ਯੂਨੀਵਰਸਿਟੀ ਵਿਲ ਪ੍ਰੀਪੇਅਰ ਅ ਸਕੋਰ ਕਾਰਡ ਤਿਆਰ ਕੀਤਾ ਜਾਏਗਾ। ਸਕੋਰ ਕਾਰਡ ਆਫ ਮੈਰਿਟ ਫॉर ਦ ਐਡਵਰਟਾਈਜ਼ਡ ਪੋਸਟ ਬੇਸਡ ਔਨ ਦੇਅਰ ਕੁਆਲੀਫਿਕੇਸ਼ਨ, ਹਾਇਰ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਐਟਸੈਟਰਾ। ਵੱਖਰੇ ਜਿਹੜੇ ਫੈਕਟਰ ਹੈ ਤੁਹਾਡੀ ਕੁਆਲੀਫਿਕੇਸ਼ਨ, ਹਾਇਰ ਕੁਆਲੀਫਿਕੇਸ਼ਨ, ਐਕਸਪੀਰੀਅੰਸ ਦੇ ਬੇਸ 'ਤੇ ਤੁਹਾਡਾ ਸਕੋਰ ਕਾਰਡ ਜਿਹੜਾ ਮੈਰਿਟ ਤਿਆਰ ਕੀਤੀ ਜਾਏਗੀ। ਉਸ ਤੋਂ ਬਾਅਦ ਲਿਖਿਆ ਹੈ ਕਿ ਜਿਹੜੇ 10 ਐਲੀਜੀਬਲ ਕੈਂਡੀਡੇਟਸ ਹੋਣਗੇ ਐਜ਼ ਪਰ ਮੈਰਿਟ ਫॉर 1 ਪੋਸਟ, ਇੱਕ ਪੋਸਟ ਦੇ ਲਈ ਜਿਹੜੇ 10 ਮੈਰਿਟ 'ਚ ਹੋਣਗੇ ਉੱਪਰ ਉਮੀਦਵਾਰ, ਉਹਨਾਂ ਨੂੰ ਇੰਟਰਵਿਊ ਦੇ ਲਈ, ਪ੍ਰੈਕਟੀਕਲ ਟੈਸਟ ਦੇ ਲਈ, ਰਿਟਨ ਟੈਸਟ ਜਾਂ ਕੋਈ ਹੋਰ ਅਜਿਹਾ ਟੈਸਟ ਜਿਹੜਾ ਲਾਗੂ ਹੁੰਦਾ ਉਹਨਾਂ ਦੀ ਪੋਸਟ 'ਤੇ, ਉਹਨਾਂ ਨੂੰ 10 ਕੈਂਡੀਡੇਟਸ ਨੂੰ ਇੱਕ ਪੋਸਟ ਦੇ ਪਿੱਛੇ ਬੁਲਾਇਆ ਜਾਏਗਾ। ਸੋ ਇਹ ਹੈ ਸਿਲੈਕਸ਼ਨ ਦਾ ਕ੍ਰਾਈਟੇਰੀਆ। ਉਸ ਤੋਂ ਬਾਅਦ ਲਿਖਿਆ ਦਾ ਕੈਂਡੀਡੇਟਸ ਵਿਲ ਹੈਵ ਟੂ ਸਕੋਰ ਐਟ ਲੀਸਟ 50% ਮਾਰਕਸ ਇਨ ਇੰਟਰਵਿਊ ਸਕਿੱਲ ਐਪਟੀਟਿਊਡ ਟੈਸਟ ਟੂ ਬੀ ਐਲੀਜੀਬਲ ਫॉर ਸਿਲੈਕਸ਼ਨ ਦੇ ਲਈ ਉਹਨਾਂ ਨੂੰ ਐਲੀਜੀਬਲ ਹੋਣ ਦੇ ਲਈ, ਯੋਗ ਹੋਣ ਦੇ ਲਈ ਜਿਹੜੇ ਵੀ ਇੰਟਰਵਿਊ ਜਾਂ ਸਕਿੱਲ ਐਪਟੀਟਿਊਡ ਟੈਸਟ ਜਿਹੜਾ ਕੰਡਕਟ ਕਰਵਾਇਆ ਜਾਏਗਾ ਉਹਦੇ 'ਚੋਂ
50% ਮਾਰਕਸ ਹੈ ਜਿਹੜੇ ਉਹ ਲੈਣੇ ਜ਼ਰੂਰੀ ਹੈ ਕੈਂਡੀਡੇਟਸ ਨੂੰ। ਉਸ ਤੋਂ ਬਾਅਦ 19ਵਾਂ ਪੁਆਇੰਟ ਤੁਹਾਡੇ ਇੰਪੋਰਟੈਂਟ ਪੁਆਇੰਟਸ ਦੇ ਵਿੱਚ ਲਿਖਿਆ, ਦਾ ਰਿਜ਼ਰਵੇਸ਼ਨ ਪਾਲਿਸੀ ਵਿਲ ਵੀ ਐਪਲੀਕੇਬਲ ਫॉर ਆਲ ਨਾਨ ਟੀਚਿੰਗ ਪੋਸਟ ਐਜ਼ ਪਰ ਪੰਜਾਬ ਗਵਰਨਮੈਂਟ ਰੂਲਸ। ਜਿਹੜੀ ਰਿਜ਼ਰਵੇਸ਼ਨ ਪਾਲਿਸੀ ਹੈ, ਰਾਖਵੇਂਕਰਨ ਦੀ ਨੀਤੀ ਹੈ, ਉਹ ਪੰਜਾਬ ਗਵਰਨਮੈਂਟ ਦੇ ਜਿਹੜੇ ਨਿਯਮ ਨੇ ਉਹਦੇ ਮੁਤਾਬਕ ਨਾਨ ਟੀਚਿੰਗ ਦੀਆਂ ਪੋਸਟਾਂ ਦੇ ਉੱਪਰ ਲਾਗੂ ਹੋਏਗੀ। 50% ਐਗਜ਼ਾਮਸ਼ਨ ਇਨ ਐਗਜ਼ਾਮੀਨੇਸ਼ਨ ਫੀ ਵਿਲ ਬੀ ਗਿਵਨ ਟੂ ਦ ਫਿਜ਼ੀਕਲੀ ਹੈਂਡੀਕੈਪਡ ਪਰਸਨਸ। ਫਿਜ਼ੀਕਲੀ ਹੈਂਡੀਕੈਪਡ ਪਰਸਨਸ ਨੂੰ ਐਗਜ਼ਾਮੀਨੇਸ਼ਨ ਫੀਸ ਹੈ ਜਿਹੜੀ ਉਹਦੇ 'ਚ 50% ਜਿਹੜੀ ਐਗਜ਼ਾਮਸ਼ਨ ਹੈ ਮਾਫ ਹੈ ਫੀਸ ਉਹ ਦਿੱਤੀ ਜਾਏਗੀ। ਨੋ TADA ਵਿਲ ਬੀ ਪੇਡ ਫॉर ਅਟੈਂਡਿੰਗ ਇੰਟਰਵਿਊ ਐਗਜ਼ਾਮੀਨੇਸ਼ਨ। ਕਿਸੇ ਵੀ ਤਰ੍ਹਾਂ ਦੀ ਐਗਜ਼ਾਮੀਨੇਸ਼ਨ ਪੇਪਰ ਕਰਨ ਦੇ ਲਈ ਜਾਂ ਇੰਟਰਵਿਊ ਅਟੈਂਡ ਕਰਨ ਦੇ ਲਈ ਕਿਸੇ ਤਰ੍ਹਾਂ ਦਾ TADA ਨਹੀਂ ਮਿਲੇਗਾ। ਸੋ ਇਹ ਨੇ ਵੱਖ-ਵੱਖ ਇੰਪੋਰਟੈਂਟ ਪੁਆਇੰਟ ਅਤੇ ਸਿਲੈਕਸ਼ਨ ਵਿਧੀ ਦੇ ਪੁਆਇੰਟ। ਜ਼ਰੂਰੀ ਨੋਟ ਤੁਹਾਡੇ ਲਈ ਇਹ ਹੈ ਕਿ ਦ ਕੰਪਲੀਟ ਐਪਲੀਕੇਸ਼ਨ ਫਾਰਮ ਇਨਕਲੂਡਿੰਗ ਕਾਪੀਜ਼ ਆਫ ਦ ਸਰਟੀਫਿਕੇਟਸ ਕ੍ਰੀਡੈਂਸ਼ੀਅਲਸ। ਤੁਹਾਡੇ ਸਰਟੀਫਿਕੇਟ ਅਤੇ ਤੁਹਾਡੇ ਸਾਰੇ ਡਾਕੂਮੈਂਟਸ ਦੀਆਂ ਕਾਪੀਆਂ ਅਤੇ ਐਪਲੀਕੇਸ਼ਨ ਫਾਰਮ, ਉਹਨਾਂ ਨੂੰ ਡਿਊਲੀ ਪੇਜ ਨੰਬਰਿੰਗ ਉਹਨਾਂ ਦੀ ਪ੍ਰੋਪਰ ਕਰਨੀ ਹੈ 1 ਤੋਂ ਕਿੰਨੇ ਤੱਕ ਹੈ, ਐਂਡ ਪ੍ਰੋਪਰਲੀ ਟੈਗ ਕੀਤੇ ਹੋਣ ਅਤੇ ਉਹ ਇੰਡੈਕਸ ਕੀਤੇ ਹੋਣ। ਇਹ ਪ੍ਰੋਪਰ ਧਿਆਨ ਰੱਖਣਾ ਦਾ ਯੂਨੀਵਰਸਿਟੀ ਰਿਜ਼ਰਵਸ ਦਾ ਰਾਈਟ ਟੂ ਇਨਕਰੀਜ਼ ਡਿਕਰੀਜ਼ ਔਰ ਵਿਦਡਰਾ ਐਨੀ ਪੋਸਟ ਇੰਡੀਕੇਟਡ ਇਨ ਦ ਐਡਵਰਟਾਈਜ਼ਮੈਂਟ ਐਟ ਐਨੀ ਸਟੇਜ। ਕਿਸੇ ਵੀ ਪੜਾਅ ਦੇ ਉੱਪਰ ਯੂਨੀਵਰਸਿਟੀ ਹੱਕ ਰੱਖਦੀ ਹੈ ਕਿ ਪੋਸਟਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ, ਪੋਸਟਾਂ ਘਟਾਈਆਂ ਜਾ ਸਕਦੀਆਂ ਜਾਂ ਵਾਪਸ ਲਈਆਂ ਜਾ ਸਕਦੀਆਂ, ਰੱਦ ਹੋ ਸਕਦੀਆਂ ਪੋਸਟਾਂ। ਇਸ ਤੋਂ ਇਲਾਵਾ ਇੱਕ 23ਵਾਂ ਪੁਆਇੰਟ ਇੱਥੇ ਹੈ ਕਿ ਕਲਾਸ C ਦੇ ਲਈ, ਔਰ 24ਵਾਂ ਪੁਆਇੰਟ ਹੈ ਕਲਾਸ D ਕੈਟੇਗਰੀ ਦੇ ਲਈ। ਸੋ ਕਲਾਸ C ਕੈਟੇਗਰੀ ਦੇ ਲਈ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੇ ਕੁਆਲੀਫਾਈਂਗ ਟੈਸਟ ਹੈ ਜਿਹੜਾ ਪੰਜਾਬੀ ਭਾਸ਼ਾ ਦਾ, ਉਹ ਮੈਟਰੀਕੂਲੇਸ਼ਨ ਜਾਂ ਇਹਦੇ ਬਰਾਬਰ ਦੇ ਸਟੈਂਡਰਡ ਦੀ ਪੰਜਾਬੀ ਭਾਸ਼ਾ ਦਾ ਟੈਸਟ ਹੈ ਜਿਹੜਾ ਉਹ ਪਾਸ ਕਰਨਾ ਹੈ। ਉਹਨਾਂ ਨੇ 50% ਮਾਰਕਸ ਆ ਜਿਹੜੇ ਘੱਟੋ ਘੱਟ ਲੈਣੇ ਆ। ਇਨ ਐਡੀਸ਼ਨ ਟੂ ਕੰਪੀਟੀਟਿਵ ਐਗਜ਼ਾਮੀਨੇਸ਼ਨ ਇਫ ਐਨੀ। ਜੇ ਤੁਹਾਡੀ ਪੋਸਟ ਦੇ ਲਈ ਕੋਈ ਕੰਪੀਟੀਟਿਵ ਐਗਜ਼ਾਮ ਕਰਵਾਇਆ ਜਾਂਦਾ, ਉਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਗਿਆਨ ਦਾ ਤੁਹਾਡਾ ਟੈਸਟ ਲਿਆ ਜਾਏਗਾ, ਉਹਦੇ 'ਚ ਵੀ 50% ਮਾਰਕਸ ਤੁਸੀਂ ਲੈਣੇ ਆ। ਟੈਸਟ ਹੈ ਜਿਹੜਾ ਪੰਜਾਬੀ ਲੈਂਗੁਏਜ ਦਾ, ਇਹ ਜ਼ਰੂਰੀ ਹੈ, ਕੰਪਲਸਰੀ ਹੈ ਤੁਹਾਡੇ ਲਈ ਕੁਆਲੀਫਾਈ ਕਰਨਾ। ਅਦਰਵਾਈਜ਼ ਤੁਹਾਡੇ ਜਿਹੜੇ ਕੁਆਲੀਫਾਈਂਗ ਮਾਰਕਸ 50% ਨਹੀਂ ਆਉਂਦੇ ਇਹਦੇ ਵਿੱਚ ਤਾਂ ਡਿਸਕੁਆਲੀਫਾਈ ਹੋ ਜਾਓਗੇ ਤੁਸੀਂ, ਫਿਰ ਤੁਹਾਨੂੰ ਕੰਸੀਡਰ ਨਹੀਂ ਕੀਤਾ ਜਾਏਗਾ ਫਾਈਨਲ ਮੈਰਿਟ ਦੇ ਵਿੱਚ, ਚਾਹੇ ਤੁਸੀਂ ਬਾਕੀ ਪੇਪਰਾਂ ਦੇ ਵਿੱਚੋਂ ਜਿੰਨਾ ਵੀ ਸਕੋਰ ਲਿਆ, ਬਟ ਪੰਜਾਬੀ ਦਾ ਕੁਆਲੀਫਾਈਂਗ ਐਗਜ਼ਾਮ ਹੈ ਜਿਹੜਾ ਉਹ ਪਾਸ ਕਰਨਾ ਜ਼ਰੂਰੀ ਹੈ ਮੈਟਰੀਕੂਲੇਸ਼ਨ ਪੱਧਰ ਦਾ ਕਲਾਸ C ਦੇ ਲਈ, ਗਰੁੱਪ C ਦੇ ਲਈ। ਔਰ ਗਰੁੱਪ D ਦੀਆਂ ਪੋਸਟਾਂ ਦੇ ਲਈ ਇਸੇ ਤਰ੍ਹਾਂ ਸੇਮ ਪ੍ਰੋਸੀਜਰ ਹੈ, 50% ਮਾਰਕਸ ਲੈਣੇ ਪੰਜਾਬੀ ਭਾਸ਼ਾ ਦੇ ਗਿਆਨ ਦੇ ਟੈਸਟ ਦੇ ਵਿੱਚੋਂ। ਉਹਦੇ ਲਈ ਮਿਡਲ ਸਟੈਂਡਰਡ ਦਾ ਜਿਹੜਾ ਹੈਗਾ 8ਵੀਂ ਕਲਾਸ ਦੇ ਪੱਧਰ ਦਾ ਜਿਹੜਾ ਟੈਸਟ ਤੁਹਾਡਾ ਲਿਆ ਜਾਏਗਾ, ਉਹਦੇ 'ਚ ਵੀ 50% ਮਾਰਕਸ ਲੈਣੇ ਆ ਜਿਵੇਂ ਕਲਾਸ C ਦਾ ਹੈ। ਅਪਲਾਈ ਤੁਸੀਂ ਕਰਨਾ ਹੈ, ਸਾਰਾ ਆਫਲਾਈਨ ਪ੍ਰੋਸੈਸ ਹੈ, ਆਫਲਾਈਨ ਪ੍ਰੋਸੈਸ ਦੇ ਰਾਹੀਂ ਅਪਲਾਈ ਹੋਏਗਾ। ਅਪਲਾਈ ਕਰਨ ਦੀ ਵਿਧੀ, ਯੋਗ ਉਮੀਦਵਾਰ ਹੈ ਜਿਹੜੇ ਉਹ ਆਫਲਾਈਨ ਵਿਧੀ ਦੇ ਰਾਹੀਂ ਪ੍ਰਿੰਟ ਆਊਟ ਤੁਸੀਂ ਫਾਰਮ ਦਾ ਲੈਣਾ। ਫਾਰਮ ਦਾ ਜਿਹੜਾ ਲਿੰਕ ਹੈ ਉਹ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲੈ ਕੇ ਕਲਿੱਕ ਕਰਕੇ ਫਾਰਮ ਡਾਊਨਲੋਡ ਕਰ ਸਕਦੇ ਹੋ, ਔਰ ਪ੍ਰਿੰਟ ਲੈ ਕੇ ਉਹ ਭਰਨਾ। ਉਹਦੇ ਨਾਲ ਡਾਕੂਮੈਂਟ ਤੁਹਾਡੇ ਜਿਹੜੇ ਸਪੋਰਟਿੰਗ ਡਾਕੂਮੈਂਟ ਹੈ, ਤੁਹਾਡੇ ਕੁਆਲੀਫਿਕੇਸ਼ਨ ਦੇ, ਐਕਸਪੀਰੀਅੰਸ ਦੇ, ਜਾਂ ਹੋਰ ਤੁਹਾਡੀ ਰਿਜ਼ਰਵੇਸ਼ਨ ਦੇ ਕੈਟੇਗਰੀ ਦੇ ਆਧਾਰ ਕਾਰਡ ਵੀ ਤੁਹਾਡੇ ਕਾਪੀ ਲੱਗਣੀ ਹੈ, ਇਹ ਸਾਰੇ ਲਾ ਦੇਣੇ। ਬਿਨਾਂ ਪੱਤਰ ਤੇ ਹੋਰ ਦਸਤਾਵੇਜ਼ ਡਾਕ ਰਾਹੀਂ ਜਮ੍ਹਾਂ ਕਰਵਾਉਣੇ ਨੇ। ਬਿਨਾਂ ਪੱਤਰ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੱਸਿਆ ਹੈ ਕਿ ਮਿਲ ਜਾਏਗਾ। ਔਰ ਇੱਕ ਧਿਆਨ ਰੱਖਣਾ, ਉਮੀਦਵਾਰ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਵਿਗਿਆਪਨ ਦੀ ਕਾਪੀ ਆ ਉਹ ਵੀ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ। ਪੂਰਾ ਵਿਗਿਆਪਨ, ਪੂਰੀ ਐਡ ਦੀ ਜਿਹੜੀ ਕਾਪੀ ਹੈ, ਇੱਕ ਪੁਆਇੰਟ ਇੰਪੋਰਟੈਂਟਸ ਸਾਰੇ, ਉਹ ਅਪਲਾਈ ਕਰਨ ਤੋਂ ਪਹਿਲਾਂ ਹਦਾਇਤਾਂ ਸਾਰੀਆਂ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ। ਬਿਲਕੁਲ ਤੁਹਾਡੀ ਰਿਸਪੌਂਸੀਬਿਲਟੀ ਹੈ ਕਿ ਤੁਸੀਂ ਧਿਆਨ ਨਾਲ ਪੜ੍ਹੋ। ਫਾਰਮ ਇਹ ਕਲੀਅਰ, ਇਹਦੇ ਵਿੱਚ ਫਾਰਮ ਜਿਹੜੇ ਨੋਟੀਫਿਕੇਸ਼ਨ ਆਇਆ ਐਡਵਰਟਾਈਜ਼ਮੈਂਟ ਹੈ, ਕਿਤੇ ਵੈਸੇ ਲਿਖਿਆ ਨਹੀਂ ਹੈ ਕਿ ਫਾਰਮ ਕਿਸ ਐਡਰੈਸ 'ਤੇ ਭੇਜਣਾ ਹੈ, ਬਟ ਰਜਿਸਟਰਾਰ ਗੁਰੂ ਅੰਗਦ ਦੇਵ ਯੂਨੀਵਰਸਿਟੀ, ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਇਹ ਪੋਸਟ ਹੈ ਜਿਹੜੀ ਐਡਵਰਟਾਈਜ਼ਮੈਂਟਸ ਹੋਈਆਂ ਨੇ। ਸੋ ਤੁਸੀਂ ਆਪਣਾ ਇਨਵੈਲਪ ਦੇ ਉੱਪਰ ਇਸ ਐਡਰੈਸ ਦੇ ਉੱਪਰ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਰਜਿਸਟਰਾਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਤੁਸੀਂ ਭੇਜ ਸਕਦੇ ਹੋ। ਪਿੰਨ ਕੋਡ ਇਹਦਾ ਹੈ 141012। ਜੇ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਹੋਈ ਕਿ ਫਾਰਮ ਕਿੱਥੇ ਭੇਜਣਾ ਤਾਂ ਤੁਹਾਨੂੰ ਦੱਸ ਦਿੱਤਾ ਜਾਏਗਾ, ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ। ਬਟ ਫਿਲਹਾਲ ਇਹੀ ਹੈ ਕਿ ਜਿਨ੍ਹਾਂ ਵੱਲੋਂ ਪੋਸਟ ਰਜਿਸਟਰਾਰ ਸਾਹਿਬ ਵੱਲੋਂ ਐਡਵਰਟਾਈਜ਼ਮੈਂਟ ਹੋਈ ਹੈ ਤਾਂ ਇੱਥੇ ਤੁਸੀਂ ਭੇਜ ਸਕਦੇ ਹੋ। ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜਿਹੜੀ ਉਹ 2 ਜੂਨ 2023 ਹੈ, 2/6/2023 ਸ਼ਾਮ 5 ਵਜੇ ਤੱਕ ਤੁਹਾਡਾ ਫਾਰਮ ਹੈ ਜਿਹੜਾ ਜਮ੍ਹਾਂ ਹੋਣਾ ਚਾਹੀਦਾ। ਔਰ ਇੱਕ ਤੁਸੀਂ ਧਿਆਨ ਰੱਖਣਾ ਹੈ ਇੱਥੇ ਕਿ ਤੁਸੀਂ ਸੈਲਫ ਐਡਰੈਸਡ ਇਨਵੈਲਪ ਹੈ ਜਿਹੜਾ ਆਪਣੀ ਐਪਲੀਕੇਸ਼ਨ ਦੇ ਨਾਲ 9x4 ਇੰਚ ਸਾਈਜ਼ ਦਾ, ਇਹ ਤੁਸੀਂ ਸੈਲਫ ਐਡਰੈਸ ਆਪਣੇ ਘਰ ਦਾ ਐਡਰੈਸ ਆਪ ਲਿਖ ਕੇ ਉਹਨੂੰ ਓਪਨ ਹੀ ਵੈਸੇ ਹੀ ਐਡਰੈਸ ਵਾਲੇ ਲਿਫਾਫੇ ਨੂੰ ਆਪਣੇ ਨੂੰ ਤੁਹਾਡੇ ਜਿਹੜੇ ਡਾਕੂਮੈਂਟ ਤੁਸੀਂ ਐਪਲੀਕੇਸ਼ਨ, ਅਰਜੀ, ਬਿਨਾਂ ਪੱਤਰ ਫਾਰਮ ਭੇਜਣਾ ਉਹਦੇ ਨਾਲ ਭੇਜ ਦੇਣਾ। ਨਾਲ ਹੀ ਜਿਹੜੇ ਤੁਹਾਡੇ ਸਾਰੇ ਡਾਕੂਮੈਂਟਸ ਜਾਣਗੇ। 2/6/2023 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹੋ। ਫੀਸ ਇਹਦੀ ਹੈ 300 ਰੁਪਏ। ਫੀਸ ਜਿਹੜੀ ਹੈ ਬੈਂਕ ਡਰਾਫਟ ਦੇ ਰੂਪ ਦੇ ਵਿੱਚ ਤੁਸੀਂ ਨਾਲ ਨੱਥੀ ਕਰਨੀ ਹੈ। ਬੈਂਕ ਡਰਾਫਟ ਜਿਹੜਾ ਬਣਵਾਉਣਾ ਹੈ ਉਹ ਇਨ ਫੇਵਰ ਆਫ, ਕਿਹਦੇ ਪੱਖ ਦੇ ਵਿੱਚ ਬਣਵਾਉਣਾ ਹੈ?
ਕੰਟਰੋਲਰ ਗੜਵਾਸੂ। ਗੜਵਾਸੂ ਸ਼ਾਰਟ ਫਾਰਮ ਦੇ ਵਿੱਚ ਲਿਖ ਸਕਦੇ ਹੋ ਜਾਂ ਯੂਨੀਵਰਸਿਟੀ ਦਾ ਪੂਰਾ ਨਾਮ ਵੀ ਲਿਖ ਸਕਦੇ ਹੋ, COMPTROLLER। ਇਹ ਧਿਆਨ ਰੱਖਣਾ, ਸਪੈਲਿੰਗ ਧਿਆਨ ਨਾਲ ਭਰਨੇ ਹੈ। ਕੰਟਰੋਲਰ ਦੇ ਨਾਮ ਤੇ ਅੱਗੇ ਕੰਟਰੋਲਰ ਕੌਮਾ ਗੜਵਾਸੂ ਲਿਖ ਦੇਣਾ ਹੈ। ਲੁਧਿਆਣਾ ਵਿਖੇ ਜਿਹੜਾ ਹੈਗਾ ਅਦਾਇਗੀਯੋਗ ਤੁਹਾਡਾ ਇਹ DD ਹੈ, ਜਿਹੜਾ ਡਿਮਾਂਡ ਡਰਾਫਟ ਹੈ, ਬੈਂਕ ਡਰਾਫਟ ਬਣਵਾ ਲੈਣਾ 300 ਰੁਪਏ ਦਾ, ਇਹ ਤੁਸੀਂ ਭੇਜ ਦੇਣਾ। ਇਸ ਤੋਂ ਬਾਅਦ ਜ਼ਰੂਰੀ ਸਲਾਹ ਤੁਹਾਨੂੰ ਇਹ ਹੈ ਆਖਿਰ ਤੇ ਕਿ ਤੁਸੀਂ ਸਮੇਂ-ਸਮੇਂ 'ਤੇ ਜਿਹੜੀ ਇਹ ਯੂਨੀਵਰਸਿਟੀ ਦੀ ਸੰਬੰਧਿਤ ਵੈਬਸਾਈਟ ਹੈ, ਦਫ਼ਤਰੀ ਵੈਬਸਾਈਟ ਆ, ਉਹ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹੋ। ਲਿੰਕ ਇਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਤੁਹਾਡੀ ਸਹੂਲਤ ਦੇ ਲਈ, ਤਾਂ ਕਿ ਹਰ ਤਰ੍ਹਾਂ ਦੀ ਅਪਡੇਟ, ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਚੇਂਜ ਹੁੰਦੀ ਹੈ, ਕੋਈ ਟਾਈਮ ਦੇ ਵਿੱਚ ਕੋਈ ਡੇਟ ਐਕਸਟੈਂਡ ਹੁੰਦੀ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਹਨਾਂ ਪੋਸਟਾਂ ਦੇ ਨਾਲ ਸੰਬੰਧਿਤ ਅਪਡੇਟ ਹੈ, ਤੁਹਾਨੂੰ ਪਤਾ ਚੱਲਦੀ ਰਹੇ। ਕੋਸ਼ਿਸ਼ ਕਰਾਂਗੇ ਇਸ ਚੈਨਲ ਦੇ ਰਾਹੀਂ ਵੀ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਇਸ ਪੋਸਟਾਂ ਦੇ ਨਾਲ ਸੰਬੰਧਿਤ ਤੁਹਾਨੂੰ ਮਿਲਦੀ ਰਹੇ। ਸੋ ਇਹਦੇ ਨਾਲ ਹੀ ਜਿਹੜੇ ਵੀ ਅਪਲਾਈ ਕਰਨ ਜਾ ਰਹੇ ਕੈਂਡੀਡੇਟ ਹੈ, ਸਾਰਿਆਂ ਨੂੰ ਗੁੱਡ ਲੱਕ, ਬੈਸਟ ਵਿਸ਼ੇਜ਼। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅਗੇਨ, ਗੁੱਡ ਲੱਕ।